ਦਇਆ ਦਇਆ ਕਰ ਦਇਆ ਦਇਆ ਕਰ ਰਾਖੋ ਹਰ ਜੀਓ। ਹਮ ਦੀਨ ਤੇਰੀ ਸ਼ਰਨਾਏ, ਹਮ ਬਾਰਿਕ तुम पिता प्रभ मेरे, जन नानक बख्श मिलाए। हम बारिक तुम पिता प्रभ मेरे, जन नानक बख्श मिलाए। जुगो जुग अटल हाजरा हजूर, प्रतख सतगुरु ਸਿੰਘਾਸਣਾਂ ਤੇ ਬਿਰਾਜਮਾਨ ਦਸਾਂ ਪਾਤਸ਼ਾਹੀਆਂ ਦੀ ਜੋਤ, ਅਕਾਲ ਪੁਰਖ ਪਰਮੇਸ਼ਵਰ ਜੀ ਦਾ ਹਿਰਦਾ ਸਰੂਪ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਪਾਵਨ ਪਵਿੱਤਰ ਚਰਨਾਂ ਕਮਲਾਂ ਵਿਖੇ ਜੁੜ ਬੈਠੇ ਗੁਰਮੁਖ ਪਿਆਰੇ ਸਤਸੰਗੀ ਜਨੋ, ਗੁਰੂ ਘਰ ਦੇ ਪ੍ਰਸਿੱਧ ਕੀਰਤਨੀਏ ਭਾਈ ਸਾਹਿਬ ਭਾਈ ਰਾਏ ਸਿੰਘ ਜੀ ਅਤੇ ਉਹਨਾਂ ਦੇ ਜਥੇ ਪਾਸੋਂ ਆਪ ਜੀ ਨੇ ਆਸਾ ਦੀ ਵਾਰ ਗੁਰਬਾਣੀ ਕੀਰਤਨ ਸਰਵਣ ਕੀਤਾ ਹੈ। ਸੋ ਚੱਲ ਰਹੀ ਲੜੀਵਾਰ ਗੁਰਸ਼ਬਦ ਵਿਚਾਰ ਆਪ ਜੀ ਨੇ ਸ਼ਬਦ ਸਰਵਣ ਕੀਤਾ ਹੈ, ਜੋ ਭਗਤ ਨਾਮਦੇਵ ਜੀ ਦਾ ਉਚਾਰਨ ਕੀਤਾ ਹੋਇਆ ਰਾਗ ਰਾਮਕਲੀ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਕ 973 ਉੱਪਰ ਸੁਭਾਇਮਾਨ ਹੈ। ਆਓ ਸਤਿਗੁਰੂ ਮਹਾਰਾਜ ਜੀ ਦੇ ਚਰਨਾਂ ਨਾਲ ਆਪਣੇ ਮਨਾਂ ਨੂੰ ਜੋੜ ਕੇ ਵਿਚਾਰਾਂ ਸਰਵਣ ਕਰਨ ਦੀ ਕਿਰਪਾ ਕਰੋ। ਅਸੀਸ ਬਖਸ਼ੋ, ਫਤਿਹ ਪ੍ਰਵਾਨ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸ਼ਬਦ ਦਾ ਕੇਂਦਰੀ ਭਾਵ ਰਹਾਉ ਵਾਲੀ ਪੰਕਤੀ ਵਿੱਚ ਭਗਤ ਨਾਮਦੇਵ ਜੀ ਬਖਸ਼ਿਸ਼ ਕਰ ਰਹੇ ਹਨ। ਰਾਮ ਕੋਏ ਨਾ ਕਿਸ ਹੀ ਕੇਰਾ, ਜੈਸੇ ਤਰਵਰ ਪੰਖ ਬਸੇਰਾ। ਬਿਲਕੁਲ ਇਹੋ ਜਿਹੇ ਸ਼ਬਦ ਭਗਤ ਕਬੀਰ ਜੀ ਦੀ ਬਾਣੀ ਵਿੱਚ ਕੀਰਤਨ ਦੁਆਰਾ ਵੀ ਅਸੀਂ ਬਹੁਤ ਵਾਰ ਸਰਵਣ ਕਰਦੇ ਹਾਂ। ਉਸ ਪਾਵਨ ਸ਼ਬਦ ਵਿੱਚ ਭਗਤ ਜੀ ਨੇ ਬਚਨ ਕਹੇ ਹਨ, ਪ੍ਰਾਨੀ ਕਿਆ ਮੇਰਾ ਕਿਆ ਤੇਰਾ, ਜੈਸੇ ਤਰਵਰ ਪੰਖ ਬਸੇਰਾ। ਮੇਰਾ ਕੀ ਹੈ ਤੇ ਤੇਰਾ ਕੀ, ਭਾਵ ਕਿਸੇ ਦਾ ਕੁਝ ਵੀ ਨਹੀਂ। ਸੰਸਾਰ ਦੇ ਵਿੱਚ ਜੀਵਾਂ ਦਾ ਆਉਣਾ ਤੇ ਇਸ ਤਰ੍ਹਾਂ ਹੈ ਜਿਵੇਂ ਦਰਖਤ ਦੇ ਉੱਤੇ ਸ਼ਾਮ ਵੇਲੇ ਰਾਤ ਵੇਲੇ ਜੀਵ ਪਹੁੰਚਦੇ ਹਨ ਤੇ ਸਵੇਰੇ ਤੜਕੇ ਉਡਾਰੀ ਮਾਰ ਜਾਂਦੇ ਹਨ। ਸਾਡਾ ਸੰਸਾਰ ਵਿੱਚ ਆਉਣਾ ਉਹਨਾਂ ਪੰਛੀਆਂ ਦੀ ਤਰ੍ਹਾਂ ਹੈ। ਪਰ ਉਸ ਸ਼ਬਦ ਦੇ ਵਿੱਚ ਭਾਵ ਹੈ ਕਿ ਕੋਈ ਵੀ ਸਦਾ ਇੱਥੇ ਨਹੀਂ ਰਹਿੰਦਾ। ਜਿੰਨੇ ਮਰਜ਼ੀ ਮਨੁੱਖ ਪਸਾਰੇ ਖਿਲਾਰੇ ਪਾ ਲਵੇ, ਪਰ ਜਗਤ ਦੇ ਵਿੱਚ ਹਮੇਸ਼ਾ ਨਹੀਂ ਰਹਿੰਦਾ। ਇਸ ਸ਼ਬਦ ਦੇ ਵਿੱਚ ਭਾਵ ਥੋੜਾ ਜਿਹਾ ਵੱਖਰਾ ਹੈ। ਭਗਤ ਨਾਮਦੇਵ ਜੀ ਨੇ ਕਰਮਾਂ ਦੀ ਗੱਲ ਕੀਤੀ, ਕਿਉਂਕਿ ਇਹ ਕਿਹਾ ਜਾਂਦਾ ਹੈ ਕਰਮਾਂ ਦੀ ਸਾਰੀ ਖੇਡ ਹੈ। ਕਿ ਸਤਿਗੁਰੂ ਮਹਾਰਾਜ ਜੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਜਿਹੜੀ ਹੈ ਹਰ ਗੱਲ ਦੀ ਹਰੇਕ ਪੱਖ ਤੋਂ ਵਿਚਾਰ ਕਰਦੀ ਹੈ। ਇੱਕ ਗੱਲ ਦੀ ਸਿਖਰ ਤੱਕ ਚਲੇ ਜਾਣਾ। ਅੱਜ ਭਗਤ ਨਾਮਦੇਵ ਜੀ ਕਰਮ ਦੀ ਜਿਹੜੀ ਖੇਡ ਹੈ ਨਾ, ਜਿਹੜੀ ਸੱਚਮੁੱਚ ਹੈ, ਕੋਈ ਸ਼ੱਕ ਨਹੀਂ, ਪਰ ਭਗਤ ਨਾਮਦੇਵ ਜੀ ਸਿਖਰ ਤੱਕ ਗਏ। ਕਹਿੰਦੇ ਹਨ ਕੋਈ ਕਿਸੇ ਦਾ ਨਹੀਂ। ਇਹ ਮਨੁੱਖ ਜਿਹੜਾ ਹੈ ਆਪਣੀ ਜ਼ਿੰਦਗੀ ਵਿੱਚ ਆਸਰੇ ਲੈ ਰਿਹਾ ਹੈ, ਵੱਖ ਵੱਖ ਕਰਮਾਂ ਦੇ ਆਸਰੇ ਲੈ ਰਿਹਾ ਹੈ। ਕਹੇ ਜਾਂਦੇ
ਧਾਰਮਿਕ ਕਰਮਾਂ ਦੇ ਆਸਰੇ ਲੈ ਰਿਹਾ ਹੈ। ਪਰ ਇਹ ਜਿਹੜਾ ਕਰਮ ਹੈ, ਜਿਹੜੀ ਅਸੀਂ ਆਖਦੇ ਹਾਂ ਕਿ ਕਰਮਾਂ ਦੀ ਖੇਡ ਹੈ, ਭਗਤ ਨਾਮਦੇਵ ਜੀ ਨੇ ਕਿਹਾ, ਕਹਿਣ ਲੱਗੇ ਰਾਮ ਕੋਏ ਨਾ ਕਿਸੇ ਹੀ ਕੇਰਾ। ਇਹ ਪ੍ਰਭੂ, ਇਹ ਪਰਮਾਤਮਾ, ਕੋਈ ਵੀ ਕਿਸੇ ਦਾ ਸਹਾਈ ਨਹੀਂ ਹੈ ਤੇਰੇ ਤੋਂ ਬਿਨਾ, ਕਿਸੇ ਦਾ ਕੋਈ ਆਸਰਾ ਨਹੀਂ ਹੈ। ਇਹ ਜੀਵ ਤਾਂ ਸੱਚਮੁੱਚ ਇਹੋ ਜਿਹੇ ਹਨ ਜੈਸੇ ਤਰਵਰ ਪੰਖ ਬਸੇਰਾ। ਜਿਵੇਂ ਪੰਖੀ ਜਿਹੜਾ ਹੈ, ਇੱਕ ਪੰਛੀ ਤਰਵਰ ਤੇ ਆਣ ਕੇ ਬੈਠਦਾ ਹੈ, ਪਰ ਉਹਦਾ ਟਿਕਾਣਾ ਸਦਾ ਲਈ ਨਹੀਂ। ਜਿਵੇਂ ਰਾਤ ਆਇਆ ਤੇ ਸਵੇਰੇ ਚਲਾ ਗਿਆ, ਸ਼ਾਮ ਨੂੰ ਆਇਆ ਤੇ ਤੜਕੇ ਚਲਾ ਗਿਆ, ਬਸ ਜਗਤ ਦੇ ਵਿੱਚ ਮਨੁੱਖ ਦਾ ਵਾਸਾ ਇੰਨਾ ਕੁ ਹੈ। ਕਰਮਾਂ ਦੀ ਗੱਲ ਦੇ ਸਿਖਰ ਤੇ ਜਾਂਦਿਆਂ ਭਗਤ ਨਾਮਦੇਵ ਜੀ ਨੇ ਇਹ ਬਚਨ ਪਹਿਲੀ ਪੰਕਤੀ ਵਿੱਚ ਬਖਸ਼ਿਸ਼ ਕੀਤੇ, ਮਾਏ ਨਾ ਹੋਤੀ ਬਾਪ ਨਾ ਹੋਤਾ, ਕਰਮ ਨਾ ਹੋਤੀ ਕਾਇਆ, हम नहीं होते तुम नहीं होते, कवन कहाँ ते आया। ਕਹਿੰਦੇ ਕੋਈ ਵੇਲਾ ਐਸਾ ਸੀ ਜਦੋਂ ਕਿਸੇ ਦੀ ਮਾਂ ਵੀ ਨਹੀਂ ਸੀ, ਕਿਸੇ ਦਾ ਬਾਪ ਵੀ ਨਹੀਂ ਸੀ, ਕਿਸੇ ਦਾ ਸਰੀਰ ਵੀ ਨਹੀਂ ਸੀ। ਜੇ ਮਾਤਾ ਪਿਤਾ ਹੀ ਨਹੀਂ ਸਨ ਤੇ ਕਾਇਆ ਵੀ ਨਹੀਂ ਸੀ, ਇਹ ਸਰੀਰ ਵੀ ਨਹੀਂ ਸੀ। ਤੇ ਸਰੀਰ ਨਹੀਂ ਸੀ ਤੇ ਭਗਤ ਜੀ ਕਹਿੰਦੇ ਹਨ ਫਿਰ ਕਰਮ ਵੀ ਨਹੀਂ ਸੀ ਹਾਲੇ ਬਣੇ। ਇੱਕ ਜਗਤ ਵਿੱਚ ਐਸਾ ਵੇਲਾ ਸੀ ਜਦੋਂ ਕੇਵਲ ਤੇ ਕੇਵਲ ਪਰਮਾਤਮਾ ਹੀ ਪਰਮਾਤਮਾ ਸੀ, ਹਾਲੇ ਉਹਨੇ ਇਹ ਸ੍ਰਿਸ਼ਟੀ, ਇਹ ਕਾਇਨਾਤ ਪੈਦਾ ਹੀ ਨਹੀਂ ਸੀ ਕੀਤੀ। ਉਸ ਵੇਲੇ ਦਾ ਅਸਲ ਵਿੱਚ ਜ਼ਿਕਰ ਕਰ ਰਹੇ ਹਨ, ਜਦੋਂ ਕਿਸੇ ਦੀ ਕੋਈ ਮਾਂ ਇਸ ਜਗਤ ਵਿੱਚ ਨਹੀਂ ਸੀ ਹੁੰਦੀ, ਪਿਤਾ ਨਹੀਂ ਸੀ ਹੁੰਦਾ, ਕਿਸੇ ਦਾ ਸਰੀਰ ਨਹੀਂ ਸੀ ਹੁੰਦਾ, ਕਿਸੇ ਦਾ ਕਰਮ ਨਹੀਂ ਸੀ ਹੁੰਦਾ। ਹਮ ਨਹੀਂ ਹੋਤੇ ਤੁਮ ਨਹੀਂ ਹੋਤੇ, ਭਾਵ ਅਸੀਂ ਤੁਸੀਂ ਸਾਰੇ ਜੀਵ ਹੀ ਮੌਜੂਦ ਨਹੀਂ ਸੀ। ਉਦੋਂ ਕੇਵਲ ਤੇ ਕੇਵਲ ਅਕਾਲ ਪੁਰਖ ਪਰਮਾਤਮਾ ਆਪ ਹੀ ਆਪ ਸੀ। ਸੁਨ ਸਮਾਧੀ ਆਪ ਵਾਲੀ ਅਵਸਥਾ ਵਿੱਚ ਉਦੋਂ ਕੋਈ ਵੇਦ ਨਹੀਂ ਸੀ, ਕੋਈ ਸ਼ਾਸਤਰ ਨਹੀਂ ਸੀ, ਕੋਈ ਚੰਦ ਨਹੀਂ ਸੀ, ਕੋਈ ਸੂਰਜ ਨਹੀਂ ਸੀ, ਤਾਰੇ ਨਹੀਂ ਸਨ, ਧਰਤੀਆਂ ਨਹੀਂ ਸਨ, ਹਵਾ ਪਾਣੀ ਅਗਨੀ ਨਹੀਂ ਸੀ। ਭਗਤ ਜੀ ਇਹ ਗੱਲ ਕਹਿੰਦੇ ਹਨ, ਜਦੋਂ ਕੋਈ ਵੀ ਨਹੀਂ ਸੀ, ਕਵਨ ਕਹਾਂ ਤੇ ਆਇਆ, ਫਿਰ ਕੋਈ ਕਿੱਥੋਂ ਆਇਆ। ਭਾਵ ਰਾਮ ਕੋਏ ਨਾ ਕਿਸ ਹੀ ਕੇਰਾ, ਜੈਸੇ ਤਰਵਰ ਪੰਖ ਬਸੇਰਾ। हे ਪ੍ਰਭੂ, हे ਪਰਮਾਤਮਾ, ਤੇਰੇ ਤੋਂ ਬਿਨਾ ਕੋਈ ਵੀ ਨਹੀਂ ਹੈ ਮਦਦਗਾਰ, ਕੋਈ ਸਹਾਈ ਨਹੀਂ, ਕੋਈ ਆਸਰਾ ਨਹੀਂ, ਕਿਸੇ ਦਾ ਅਕਾਲ ਪੁਰਖ ਤੋਂ ਬਿਨਾ ਕੋਈ ਸਹਾਰਾ ਨਹੀਂ, ਕਿਉਂਕਿ ਸਭ ਨੂੰ ਪੈਦਾ ਕਰਨ ਵਾਲਾ ਉਹ ਆਪ ਹੈ। ਭਗਤ ਜੀ ਨੇ ਫਿਰ ਇਹ ਬਚਨ ਸਪਸ਼ਟ ਕੀਤੇ ਹਨ, ਅਗਲੀ ਪੰਕਤੀ ਵਿੱਚ ਬਖਸ਼ਿਸ਼ ਕਰ ਰਹੇ ਹਨ, ਚੰਦ ਨਾ ਹੋਤਾ ਸੂਰ ਨਾ ਹੋਤਾ, ਪਾਣੀ ਪਵਨ ਮਿਲਾਇਆ, ਸਾਸਤ ਨਾ ਹੋਤਾ वेद ना होता, ਕਰਮ ਕਹਾਂ ਤੇ ਆਇਆ। ਜਦੋਂ ਪਰਮਾਤਮਾ ਨੇ ਕਾਇਨਾਤ ਪੈਦਾ ਹੀ ਨਹੀਂ ਕੀਤੀ, ਉਦੋਂ ਚੰਦ ਵੀ ਨਹੀਂ ਸੀ, ਸੂਰਜ ਵੀ ਨਹੀਂ ਸੀ, ਨਾ ਚੰਦਰਮਾ ਸੀ, ਨਾ ਸੂਰਜ ਸੀ, ਨਾ ਪਾਣੀ ਸੀ ਤੇ ਨਾ ਹਵਾ ਸੀ। ਕੇਵਲ ਤੇ ਕੇਵਲ ਅਕਾਲ ਪੁਰਖ ਸੀ, ਉਹਨੇ ਹਾਲੇ ਇਹ ਪਸਾਰਾ ਨਹੀਂ ਸੀ ਪਸਾਰਿਆ। ਤੇ ਭਗਤ ਜੀ ਨੇ ਇਹ ਬਚਨ ਕਹੇ, ਕਹਿਣ ਲੱਗੇ ਉਦੋਂ ਸ਼ਾਸਤਰ ਵੀ ਨਹੀਂ ਸੀ, ਵੇਦ ਆਦਿਕ ਗ੍ਰੰਥ ਵੀ ਨਹੀਂ ਸਨ, ਦੱਸੋ ਫਿਰ ਕਰਮ ਕਹਾਂ ਤੇ ਆਇਆ। ਇਹ ਕਰਮ ਕਿੱਥੋਂ ਆਇਆ? ਕਰਮ ਦੀ ਸਿਖਰ ਤੱਕ ਗਏ ਹਨ। ਜਦੋਂ ਪਰਮਾਤਮਾ ਨੇ ਸ੍ਰਿਸ਼ਟੀ ਨਹੀਂ ਸੀ ਬਣਾਈ, ਉਦੋਂ ਕਿਸੇ ਦਾ ਕੋਈ ਕਰਮ ਵੀ ਨਹੀਂ ਸੀ। ਸ੍ਰਿਸ਼ਟੀ ਬਣੀ, ਨਿਰੰਕਾਰ ਪਰਮਾਤਮਾ ਨੇ ਇਹ ਜੀਵ ਬਣਾਏ, ਤੇ ਜੀਵ ਜਦੋਂ ਬਣਾਏ ਹਨ ਪਰਮਾਤਮਾ ਨੇ, ਜਦੋਂ ਇਹ ਪਸਾਰਾ ਪਸਾਰਿਆ ਹੈ, ਉਦੋਂ ਨਾਲ ਮਾਇਆ ਵੀ ਪੈਦਾ ਕੀਤੀ ਹੈ। ਪਰਮਾਤਮਾ ਨੇ ਹੀ ਜੀਵ ਬਣਾਏ ਤੇ ਪਰਮਾਤਮਾ ਨੇ ਹੀ ਮਾਇਆ ਪੈਦਾ ਕੀਤੀ। ਅਸਲ ਵਿੱਚ ਉਹ ਵੇਲਾ ਸੀ ਜਦੋਂ ਨਿਰੰਕਾਰ ਨੇ ਇਹ ਖਿਲਾਰਾ ਖਿਲਾਰਿਆ, ਜਗਤ ਬਣਾਇਆ, ਸ੍ਰਿਸ਼ਟੀ ਕਾਇਨਾਤ ਬਣਾਈ। ਉਦੋਂ ਜਦੋਂ ਮਾਇਆ ਬਣਾ ਦਿੱਤੀ, ਅਸਲ ਵਿੱਚ ਜੀਵ ਦੇ ਕਰਮ ਉਦੋਂ ਬਣਨੇ ਸ਼ੁਰੂ ਹੋਏ। ਉਹਦੇ ਤੋਂ ਪਹਿਲਾਂ ਕੋਈ ਕਰਮ ਨਹੀਂ। ਜਦੋਂ ਪਹਿਲੀ ਵਾਰੀ ਜਗਤ ਦੇ ਵਿੱਚ ਪਰਮਾਤਮਾ ਨੇ
ਜੀਵ ਪੈਦਾ ਕੀਤੇ, ਉਹਨਾਂ ਜੀਵਾਂ ਦਾ ਕੋਈ ਕਰਮ ਨਹੀਂ ਸੀ। ਕਿਉਂਕਿ ਪਹਿਲੀ ਵਾਰੀ ਜਦੋਂ ਸੰਸਾਰ ਬਣਾਇਆ ਗਿਆ, ਕੀਤਾ ਪਸਾਓ ਏਕੋ ਕਵਾਓ, ਤਿਸਤੇ ਹੋਏ ਲਖ ਦਰਿਆਓ, ਉਦੋਂ ਕੋਈ ਕਰਮ ਨਹੀਂ ਸਨ। ਪਰ ਜਿਹੜੀ ਆ ਮਾਇਆ ਪੈਦਾ ਕੀਤੀ ਪਰਮਾਤਮਾ ਨੇ ਸ੍ਰਿਸ਼ਟੀ ਵਿੱਚ, ਉਸ ਮਾਇਆ ਦੀ ਖਿੱਚ ਨੇ ਅਸਲ ਵਿੱਚ ਜੀਵਾਂ ਦੇ ਕਰਮ ਆਰੰਭ ਕੀਤੇ। ਇੱਕ ਪਾਸੇ ਪਰਮਾਤਮਾ, ਇੱਕ ਪਾਸੇ ਆ ਸੰਸਾਰ ਦੀ ਮਾਇਆ, ਭਾਵ ਕਿ ਇੱਕ ਪਾਸੇ ਬਿਖ ਤੇ ਇੱਕ ਪਾਸੇ ਅੰਮ੍ਰਿਤ, ਇੱਕ ਪਾਸੇ ਜ਼ਹਿਰ ਹੈ ਤੇ ਦੂਸਰੇ ਪਾਸੇ ਸਤਿਗੁਰੂ ਹੈ। ਹੁਣ ਉਦੋਂ ਜੀਵ ਦੇ ਕਰਮ ਸ਼ੁਰੂ ਹੋਏ ਤੇ ਉਹ ਜਿਹੜੀ ਕਰਮਾਂ ਦੀ ਖੇਡ ਕਰਕੇ ਫਿਰ ਜੀਵ ਬਾਰ-ਬਾਰ ਜੰਮਿਆ ਤੇ ਬਾਰ-ਬਾਰ ਮਰਿਆ। ਇੱਥੋਂ ਅਸਲ ਵਿੱਚ ਆਰੰਭ ਹੋਈ ਹੈ ਮਾਇਆ ਤੋਂ ਇਹ ਜਗਤ ਦੇ ਜੀਵਾਂ ਦੇ ਕਰਮਾਂ ਦੀ ਖੇਡ। ਫਿਰ ਕਰਮ ਬਣਨੇ ਆਰੰਭ ਹੋਏ। ਕਰਮ ਬਣਦੇ ਬਣਦੇ ਜੀਵ ਜਿਹੜੇ ਸਨ, ਕਰਮਾਂ ਕਰਕੇ, ਫਿਰ ਇਹ ਗੱਲ ਮਹਾਰਾਜ ਜੀ ਨੇ ਬਾਣੀ ਵਿੱਚ ਵੀ ਕਹੀ ਹੈ, ਪਰਮਾਤਮਾ ਨੂੰ ਜਦੋਂ ਅਰਦਾਸ ਬੇਨਤੀ ਕਰਦੇ ਹਨ ਤਾਂ 12 ਮਾਹ ਦੀ ਆਰੰਭਤਾ ਹੀ ਇੱਥੋਂ ਕਰਦੇ ਹਨ, ਕਿਰਤ ਕਰਮ ਕੇ ਵਿਛੜੇ, ਕਰ ਕਿਰਪਾ ਮੇਲੋ ਰਾਮ, ਚਾਰ ਕੁੰਟ ਦਹਿ ਦਿਸ ਭ੍ਰਮੇ, ਥੱਕ ਆਏ ਪ੍ਰਭ ਕੀ ਸ਼ਾਮ। ਸਤਿਗੁਰੂ ਮਹਾਰਾਜ ਕਹਿੰਦੇ ਹਨ, ਜਦੋਂ ਜੀਵ ਦੇ ਕਰਮ ਬਣਨੇ ਸ਼ੁਰੂ ਹੋ ਗਏ, ਜੀਵ ਪਰਮਾਤਮਾ ਵੱਲ, ਅੰਮ੍ਰਿਤ ਵੱਲ ਨਹੀਂ ਗਿਆ, ਗੁਰੂ ਵੱਲ ਨਹੀਂ ਗਿਆ, ਇਸ ਜ਼ਹਿਰ ਨਾਲ ਜੁੜ ਗਿਆ, ਮਾਇਆ ਨਾਲ ਜੁੜ ਗਿਆ, ਮਾਇਆ ਦੇ ਮੋਹ ਵਿੱਚ ਫਸ ਗਿਆ। ਮਾਇਆ ਦੀ ਮਮਤਾ ਦੇ ਵਿੱਚ ਫਸ ਕੇ ਜੀਵ ਦੇ ਕਰਮ ਬਣਨੇ ਸ਼ੁਰੂ ਹੋਏ ਤੇ ਉਹਨਾਂ ਕਰਮਾਂ ਕਰਕੇ ਹੀ ਹੇ ਪ੍ਰਮਾਤਮਾ ਅਸੀਂ ਤੇਰੇ ਤੋਂ ਵਿਛੜੇ ਹਾਂ। ਹੁਣ ਕਿਰਪਾ ਕਰਕੇ ਤੂੰ ਹੀ ਸਾਨੂੰ ਮਿਲਾ ਸਕਦਾ ਹੈ, ਹੋਰ ਕੋਈ ਆਸਰਾ ਨਹੀਂ। ਰਾਮ ਕੋਏ ਨਾ ਕਿਸੇ ਹੀ ਕੇਰਾ ਦਾ ਭਾਵ ਇਹ ਹੈ ਕਿ ਜੀਵ ਜਿਹੜੇ ਹਨ, ਜਿਨ੍ਹਾਂ ਦੇ ਪਹਿਲੀ ਵਾਰੀ ਜਗਤ ਵਿੱਚ ਆਉਣ ਤੇ ਕੋਈ ਕਰਮ ਨਹੀਂ ਸਨ, ਹਾਂ ਮਾਇਆ ਕਰਕੇ ਕਰਮ ਬਣਨੇ ਸ਼ੁਰੂ ਹੋਏ ਤੇ ਕੋਈ ਜੀਵ ਇਹ ਕਹੇ ਕਿ ਮੈਂ ਕਰਮਾਂ ਕਰਕੇ ਪਰਮਾਤਮਾ ਨੂੰ ਮਿਲ ਪਵਾਂਗਾ, ਇਹ ਨਹੀਂ ਹੋ ਸਕਦਾ। ਇਹ ਗੱਲ ਗੁਰੂ ਮਹਾਰਾਜ ਜੀ ਨੇ ਅੱਜ ਗੁਰੂ ਗ੍ਰੰਥ ਸਾਹਿਬ ਜੀ ਨੇ ਸਪਸ਼ਟ ਕੀਤੀ ਹੈ ਕਿ ਪਰਮਾਤਮਾ ਨੂੰ ਮਿਲਣ ਦੇ ਲਈ ਜੀਵ ਜੇ ਇਹ ਕਹਿੰਦਾ ਹੈ ਕਿ ਮੈਂ ਚੰਗੇ ਕਰਮ ਕਰਕੇ ਪਰਮਾਤਮਾ ਨੂੰ ਮਿਲ ਲਵਾਂਗਾ ਤਾਂ ਨਹੀਂ। ਮਹਾਰਾਜ ਜੀ ਨੇ ਸਾਡਾ ਇਹ ਭਰਮ ਕੱਢਿਆ ਹੈ। ਗੁਰਬਾਣੀ ਦੇ ਵਿੱਚ ਸਤਿਗੁਰੂ ਮਹਾਰਾਜ ਜੀ ਨੇ ਇਹ ਫੈਸਲਾ ਦਿੱਤਾ ਹੈ, ਹੇ ਪਰਮਾਤਮਾ ਤੂੰ ਜਿਨ੍ਹਾਂ ਨੂੰ ਵੀ ਮਿਲਦਾ ਹੈ, ਕਿਸੇ ਨੂੰ ਕਰਮਾਂ ਕਰਕੇ ਨਹੀਂ ਮਿਲਦਾ। ਕੋਈ ਜੀਵ ਕਹੇ ਕਿ ਮੈਂ ਸਾਰੀ ਜ਼ਿੰਦਗੀ ਬਹੁਤ ਚੰਗੇ ਕਰਮ ਕਰਦਾ ਰਿਹਾ ਤਾਂ ਪਰਮਾਤਮਾ ਨੂੰ ਮਿਲ ਪਿਆ, ਐਸਾ ਨਹੀਂ ਹੋ ਸਕਦਾ। ਸਿਆਣਿਆਂ ਨੇ ਐਸਾ ਕਿਹਾ ਹੈ ਨਾ, ਵਿਦਵਾਨਾਂ ਨੇ, ਇੱਕ ਪ੍ਰਾਣੀ ਜਿਹੜਾ ਸੀ 70 ਸਾਲ ਤਕਰੀਬਨ ਉਹ ਭਗਤੀ ਆਰਾਧਨਾ ਕਰਦਾ ਰਿਹਾ। ਕਿਸੇ ਪੱਥਰ ਦੀ ਸਿਲਾ ਤੇ ਬੈਠ ਕੇ ਸਮਾਧੀ ਲਾਈ, 70 ਸਾਲ ਸਮਾਧੀ ਲਾ ਕੇ ਫਿਰ ਉਹਨੂੰ ਗਿਆਨ ਹੋ ਗਿਆ, ਉਹਨੂੰ ਸੋਝੀ ਆ ਗਈ ਕਿ ਮੈਂ ਤਾਂ ਕੋਈ ਮਾੜਾ ਕਰਮ ਹੀ ਨਹੀਂ ਕੀਤਾ ਸਾਰੇ ਜਨਮ ਵਿੱਚ। 70 ਸਾਲ ਜਿਹੜਾ ਬੰਦਾ ਇੱਕੋ ਸਿਲਾ ਤੇ ਬਹਿ ਕੇ ਭਗਤੀ ਕਰਦਾ ਰਿਹਾ ਤੇ ਸੋਝੀ ਆਣ ਤੇ ਪਤਾ ਲੱਗਾ ਕਿ ਪਹਿਲਾਂ ਵੀ ਮੇਰੇ ਕਰਮ ਮਾੜੇ ਨਹੀਂ ਹਨ, ਤੇ ਜਦੋਂ ਉਹਦਾ ਲੇਖਾ ਹੋਣਾ ਸੀ ਸੰਸਾਰ ਚੋਂ ਕੂਚ ਕੀਤਾ ਤੇ ਧਰਮਰਾਜ ਨੂੰ ਕਹਿਣ ਲੱਗਾ ਮੈਂ ਤਾਂ ਕੋਈ ਜ਼ਿੰਦਗੀ ਦੇ ਵਿੱਚ ਗੁਨਾਹ ਕੀਤਾ ਹੀ ਨਹੀਂ, ਮੈਂ ਕੋਈ ਪਾਪ ਨਹੀਂ ਕੀਤਾ, ਫਿਰ ਮੇਰਾ ਲੇਖਾ ਕਿਉਂ? ਤੇ ਧਰਮਰਾਜ ਕਹਿਣ ਲੱਗਾ ਜੀਵ ਪਾਸੋਂ ਅਸਲ ਵਿੱਚ ਜਾਣੇ ਅਣਜਾਣੇ ਵਿੱਚ ਅਨੇਕਾਂ ਗੁਨਾਹ ਜ਼ਿੰਦਗੀ ਵਿੱਚ ਹੋ ਜਾਂਦੇ ਹਨ, ਸੱਚਮੁੱਚ ਹੁੰਦੇ ਹਨ। ਅਸੀਂ ਜਦੋਂ ਸਾਹ ਲੈਂਦੇ ਹਾਂ ਤੇ ਸਾਹ ਲੈਂਦਿਆਂ ਕਿੰਨੇ ਕੁ ਜੀਵ ਸਾਡੇ ਅੰਦਰ ਜਾਂਦੇ ਹਨ। ਜਦੋਂ ਅਸੀਂ ਚੱਲਦੇ ਹਾਂ, ਚਲਦਿਆਂ ਚਲਦਿਆਂ ਕਿੰਨੇ ਕੁ ਗੁਨਾਹ ਅਸੀਂ ਕਰ ਜਾਂਦੇ ਹਾਂ। ਗੱਡੀਆਂ ਵਿੱਚ ਘੁੰਮਦੇ ਹਾਂ, ਟਾਇਰਾਂ ਥੱਲੇ ਕਿੰਨੇ ਕੁ ਜੀਵ ਰਗੜੇ ਵਿੱਚ ਆਉਂਦੇ ਹਨ। ਜੀਵ ਨੂੰ ਤਾਂ ਪਤਾ ਹੀ ਨਹੀਂ ਕਿ ਅਸੀਂ ਜ਼ਿੰਦਗੀ ਦੇ ਵਿੱਚ ਕਿੰਨੇ ਕੁ ਗੁਨਾਹ ਕਰਦੇ ਹਾਂ। ਧਰਮਰਾਜ ਨੇ ਸਮਝਾਉਣ ਦਾ ਯਤਨ ਕੀਤਾ, ਥੋੜਾ ਟਿਕਾ ਰੱਖ, ਪਰ ਇਹ ਕਾਹਲਾ ਪੈਂਦਾ ਸੀ ਕਿ ਮੈਂ ਤਾਂ ਕੋਈ ਮਾੜਾ ਕਰਮ ਕੀਤਾ ਹੀ ਨਹੀਂ, ਮੈਨੂੰ ਇਹਨਾਂ ਪਾਪੀਆਂ ਵਿੱਚ ਕਿਉਂ ਖੜਾ ਕੀਤਾ ਗਿਆ। ਫਿਰ ਧਰਮਰਾਜ ਨੇ ਜਦੋਂ ਉਹਦਾ ਲੇਖਾ ਕਰਦਿਆਂ ਇੱਕੋ ਹੀ ਗੱਲ ਪਹਿਲਾਂ ਕਹੀ ਸੀ, ਕਹਿਣ ਲੱਗਾ
70 ਸਾਲ ਜਿਹੜੀ ਸਿਲਾ ਤੇ ਤੂੰ ਬੈਠਾ ਸੀ, ਉਹ ਸਿਲਾ ਵੀ ਜਿੰਦ ਵਾਲੀ ਸੀ, ਜਾਨ ਵਾਲੀ ਸੀ। ਸਭ ਤੋਂ ਪਹਿਲਾਂ 70 ਸਾਲ ਉਹੀ ਸਿਲਾ ਤੇਰੇ ਸਿਰ ਤੇ ਰੱਖਦੇ ਹਾਂ, ਤੇ ਬਾਕੀ ਦਾ ਹਿਸਾਬ ਲੇਖਾ ਤੇਰਾ 70 ਸਾਲਾਂ ਬਾਅਦ ਕਰ ਲਵਾਂਗੇ। ਅਸਲ ਵਿੱਚ ਜੀਵ ਸਮਝਦਾ ਹੀ ਨਹੀਂ। ਜੀਵ ਦੇ ਜਿਹੜੇ ਕਰਮ ਹਨ, ਜ਼ਿੰਦਗੀ ਦੇ ਵਿੱਚ ਐਸੇ ਅਨੇਕਾਂ ਕਰਮ ਜੀਵ ਪਾਸੋਂ ਹੁੰਦੇ ਹਨ ਜਿਨ੍ਹਾਂ ਦਾ ਮਨੁੱਖ ਨੂੰ ਪਤਾ ਹੀ ਨਹੀਂ। ਇਸੇ ਲਈ ਗੁਰੂ ਮਹਾਰਾਜ ਜੀ ਨੇ ਬਾਣੀ ਵਿੱਚ ਇਹ ਬਚਨ ਕਹਿ ਦਿੱਤੇ, ਲਿਖੈ ਕਤੈ ਨਾ ਛੁਟੀਐ, ਖਿਨ ਖਿਨ ਭੂਲਨ ਹਾਰ, ਬਖਸ਼ਣ ਹਾਰ ਬਖਸ਼ ਲੈ, ਨਾਨਕ ਪਾਰ ਉਤਾਰ। ਐ ਦਾਤਾ ਕਿਰਪਾ ਕਰ, ਸਾਨੂੰ ਬਖਸ਼ ਲੈ। ਅਸੀਂ ਆਪਣੇ ਲੇਖਿਆਂ ਕਰਕੇ ਛੁੱਟ ਨਹੀਂ ਸਕਦੇ। ਔਰ ਸਤਿਗੁਰੂ ਮਹਾਰਾਜ ਕਹਿੰਦੇ ਹਨ, ਕਰਮਾਂ ਕਰਕੇ ਵਿਛੜਿਆ ਪਰਮਾਤਮਾ ਤੋਂ। ਪਹਿਲੀ ਵਾਰੀ ਪਰਮਾਤਮਾ ਨੇ ਵਿਛੋੜਾ ਪਾਇਆ, ਜੀਵ ਪੈਦਾ ਕੀਤੇ, ਤੇ ਫਿਰ ਮਨੁੱਖ ਦੇ ਜਦੋਂ ਕਰਮ ਬਣਨੇ ਸ਼ੁਰੂ ਹੋਏ, ਕਰਮਾਂ ਦੇ ਕਰਕੇ ਫਿਰ ਇਹਦੇ ਵਿਛੋੜੇ ਜਿਹੜੇ ਸੀ ਵੱਧਦੇ ਗਏ। ਇਹ ਵਿਛੋੜੇ ਲੰਬੇ ਹੁੰਦੇ ਗਏ, ਤੇ ਜੀਵ ਨੂੰ ਮਿਲਾ ਕੌਣ ਸਕਦਾ ਹੈ? ਕੱਲ ਤਾਂ ਭਗਤ ਨਾਮਦੇਵ ਜੀ ਨੇ ਅਖੀਰਲੇ ਪਦੇ ਵਿੱਚ ਇਹ ਕਹੀ ਹੈ ਕਿ ਜੀਵ ਜਿਹੜਾ ਹੈ ਨਾ, ਉਹ ਸਮਝਦਾ ਹੈ ਕਿ ਮੈਂ ਪ੍ਰਾਣਾਯਾਮ ਕਰਕੇ, ਕੋਈ ਦੁਨੀਆ ਦਾ ਕਰਮ ਕਰਕੇ ਪਰਮਾਤਮਾ ਨੂੰ ਮਿਲ ਲਵਾਂ। ਪਰ ਸਤਿਗੁਰੂ ਮਹਾਰਾਜ ਜੀ ਨੇ ਇਹ ਮੋਹਰ ਲਗਾਈ ਹੈ। ਮਹਾਰਾਜ ਕਹਿੰਦੇ ਹਨ, ਘਾਲ ਨਾ ਮਿਲਿਓ, ਸੇਵ ਨਾ ਮਿਲਿਓ, ਮਿਲਿਓ ਆਏ ਅਚਿੰਤਾ। ਉਹ ਜਿਹਨੂੰ ਵੀ ਮਿਲਣਾ ਚਾਹੁੰਦਾ ਹੈ, ਆਪ ਹੀ ਅਚਨਚੇਤ ਆ ਕੇ ਮਿਲਦਾ ਹੈ। ਕੋਈ ਜੀਵ ਇਹ ਨਹੀਂ ਕਹਿ ਸਕਦਾ ਕਿ ਮੈਂ ਫਲਾਣੀ ਘਾਲਣਾ ਕਰ ਲਈ, ਮੈਂ 100 ਸਾਲ ਸੇਵਾ ਕਰ ਲਈ ਤਾਂ ਕਰਕੇ ਮੈਨੂੰ ਪਰਮਾਤਮਾ ਮਿਲਿਆ। ਨਹੀਂ, ਘਾਲਣਾ ਕਰਕੇ ਉਹ ਨਹੀਂ ਮਿਲਦਾ। ਉਹ ਘਾਲਣਾ ਤੋਂ ਛੋਟਾ ਨਹੀਂ ਕਿ ਇੰਨੀ ਘਾਲਣਾ ਕਰਕੇ ਜੀਵ ਪਰਮਾਤਮਾ ਨੂੰ ਮਿਲ ਲਵੇ। ਘਾਲਣਾ ਕੋਈ ਵੀ ਵੱਡੀ ਨਹੀਂ ਹੈ, ਕਿਉਂਕਿ ਘਾਲਣਾ ਕਰਨ ਵਾਸਤੇ ਇਹ ਬੰਦਾ ਕਹਿ ਜ਼ਰੂਰ ਦਿੰਦਾ ਹੈ। ਕਈ ਵਾਰੀ ਆਪਾਂ ਪੜ੍ਹਦੇ ਹਾਂ, ਲਿਖਿਆ ਹੁੰਦਾ ਹੈ, ਮਿਹਨਤ ਮੇਰੀ ਰਹਿਮਤ ਤੇਰੀ। ਪਰ ਜੇ ਸੱਚਾਈ ਚ, ਗਹਿਰਾਈ ਚ ਆ ਕੇ ਦੇਖਾਂਗੇ, ਫਿਰ ਜਿਹੜੀ ਮੇਰੀ ਮਿਹਨਤ ਹੈ, ਕੀ ਉਹ ਮਿਹਨਤ ਪਰਮਾਤਮਾ ਦੀ ਰਹਿਮਤ ਤੋਂ ਬਿਨਾਂ ਹੋ ਗਈ? ਕਿਸੇ ਕੋਲੋਂ ਨਹੀਂ ਹੋ ਸਕਦੀ। ਮਿਹਨਤ ਮੇਰੀ ਹੈ, ਪਰ ਮਿਹਨਤ ਵੀ ਪਰਮਾਤਮਾ ਦੀ ਕਿਰਪਾ ਸਦਕਾ ਹੈ। ਜਾ ਕੇ ਬੰਦਾ ਦੇਖ ਲਵੇ, ਬੜੇ ਆਸ਼ਰਮ ਬਣੇ ਹਨ, ਕੋੜੀ ਆਸ਼ਰਮ ਬਣਿਆ ਹੈ, ਕਿਹੜੀ ਮਿਹਨਤ ਕਰ ਸਕਦੇ ਹਨ ਜੀ ਉਹ? ਕਿਤੇ ਅਨਾਥ ਆਲਿਆ ਬਣਿਆ ਹੈ। ਕਿੰਨੇ ਲੋਕ ਹਨ ਜਿਹੜੇ ਕਈ ਕਈ ਸਾਲਾਂ ਤੋਂ ਹਸਪਤਾਲਾਂ ਦੇ ਵਿੱਚ ਭਟਕ ਰਹੇ ਹਨ। ਬਹੁਤ ਦੁਨੀਆ ਹੈ ਜਿਹੜੀ, ਜਿਨ੍ਹਾਂ ਨੂੰ ਸਰੀਰ ਦੇ ਅੰਗ ਪੂਰੇ ਨਹੀਂ ਮਿਲੇ। ਮਿਹਨਤ ਕੋਈ ਕਰ ਸਕਦਾ ਹੈ, ਤੇ ਮਿਹਨਤ ਵੀ ਪਰਮਾਤਮਾ ਦੀ ਬਖਸ਼ਿਸ਼ ਤੋਂ ਬਿਨਾਂ ਨਹੀਂ ਹੁੰਦੀ। ਅਕਾਲ ਪੁਰਖ ਪਰਮਾਤਮਾ ਕਿਰਪਾ ਕਰੇ। ਗੁਰੂ ਮਹਾਰਾਜ ਜੀ ਨੇ ਜਦੋਂ ਬਾਣੀ ਵਿੱਚ ਕਿਹਾ ਨਾ, ਕਹਿਣ ਲੱਗੇ, ਮੈਂ ਉਪਰਾਲਾ ਕਰਨ ਲਈ ਤਿਆਰ ਹਾਂ ਦਾਤਾ, ਪਰ ਮੇਰਾ ਉਪਰਾਲਾ ਤਾਂ ਹੋ ਸਕਦਾ ਹੈ ਜੇ ਤੁਸੀਂ ਮੇਰੇ ਤੇ ਮਿਹਰ ਕਰੋ। ਸੱਚਮੁੱਚ ਸਤਿਗੁਰੂ ਮਹਾਰਾਜ ਜੀ ਨੇ ਇਹ ਬਚਨ ਕਹੇ, ਉਦਮ ਕਰੋ ਕਰਾਵੋ ਠਾਕੁਰ, ਪੇਖਤ ਸਾਧੂ ਸੰਗ, ਹਰ ਹਰ ਨਾਮ ਚੜਾਵੋ ਰੰਗਨ, ਆਪੇ ਹੀ ਪ੍ਰਭ ਰੰਗ। ਮਹਾਰਾਜ, ਮੈਂ ਉਦਮ ਕਰਦਾ ਹਾਂ, ਮੈਂ ਉਪਰਾਲਾ ਕਰਨ ਲਈ ਤਿਆਰ ਹਾਂ, ਤੁਹਾਡੀ ਬੰਦਗੀ ਕਰਨ ਲਈ, ਸੇਵਾ ਭਗਤੀ ਕਰਨ ਲਈ ਤਿਆਰ ਹਾਂ, ਪਰ ਅਰਦਾਸ ਹੈ ਕਰਾਵੋ ਠਾਕੁਰ। ਉਦਮ ਕਰਨਾ ਚਾਹੁੰਦਾ ਹਾਂ, ਮਨ ਮੈਂ ਚਿਤਵੋਂ ਚਿਤਵਨੀ, ਉਦਮ ਕਰੋ ਉਠ ਨੀਤ। ਤੇ ਸਤਿਗੁਰੂ ਮਹਾਰਾਜ ਜੀ ਫਿਰ ਅਰਦਾਸ ਕਰਦੇ ਹਨ। ਚੰਗੀ ਸੋਚ, ਚੰਗੇ ਵਿਚਾਰ ਆਏ ਹਨ, ਚੰਗੇ ਕਰਮ ਕਰਨਾ ਚਾਹੁੰਦਾ ਹਾਂ, ਤੇਰੀ ਸਿਫਤ ਸਲਾਹ ਨਾਲ ਜੁੜਨਾ ਚਾਹੁੰਦਾ ਹਾਂ। ਤੇ ਮਹਾਰਾਜ ਜੀ ਨੂੰ ਫਿਰ ਵੀ ਅਰਦਾਸ ਕਰਨੀ ਸਾਨੂੰ ਸਿਖਾ ਰਹੇ ਹਨ। ਹਰ ਕੀਰਤਨ ਕਾ ਆਹਰੋ, ਹਰ ਦੇਹੋ ਨਾਨਕ ਕੇ ਮੀਤ। ਇਹ ਦਾਤਾ ਕਿਰਪਾ ਕਰ, ਮੈਨੂੰ ਆਹਰ ਬਖਸ਼, ਕਿਉਂਕਿ ਤੇਰੀ ਕਿਰਪਾ ਤੋਂ ਬਿਨਾਂ ਮੈਂ ਉਦਮ ਵੀ ਨਹੀਂ ਕਰ ਸਕਦਾ, ਮਿਹਨਤ ਵੀ ਨਹੀਂ ਕਰ ਸਕਦਾ। ਕੋਈ ਜੀਵ ਮਿਹਨਤ ਕਰ ਸਕਦਾ ਹੈ, ਮਸ਼ੱਕਤ ਘਾਲ ਸਕਦਾ ਹੈ, ਪਰ ਉਹਦੀ ਕਿਰਪਾ ਨਾਲ।
ਪਰਮਾਤਮਾ ਦੀ ਕਿਰਪਾ ਤੋਂ ਬਿਨਾਂ ਨਹੀਂ। ਔਰ ਜਿਹੜੇ ਲੋਕ ਇਹ ਸਮਝਦੇ ਹਨ ਕਿ ਅਸੀਂ ਦੁਨੀਆ ਦੇ ਕਿਸੇ ਕਰਮ ਦੇ ਨਾਲ ਪਰਮਾਤਮਾ ਨੂੰ ਪਾ ਲਵਾਂਗੇ, ਭਗਤ ਨਾਮਦੇਵ ਜੀ ਨੇ ਅਖੀਰਲੀ ਪੰਕਤੀ ਵਿੱਚ ਇਹ ਬਚਨ ਬਖਸ਼ਿਸ਼ ਕੀਤੇ ਹਨ। ਖੇਚਰ ਪੂਚਰ ਤੁਲਸੀ ਮਾਲਾ, ਗੁਰ ਪ੍ਰਸਾਦੀ ਪਾਇਆ। ਨਾਮਾ ਪ੍ਰਣਵੈ ਪਰਮ ਤਤ ਹੈ, ਸਤਿਗੁਰ ਹੋਏ ਲਖਾਇਆ। ਖੇਚਰ ਪੂਚਰ ਕਹਿੰਦੇ ਹਨ ਸਾਹ ਪ੍ਰਾਣਾਯਾਮ ਕਰਕੇ ਅੰਦਰ ਨੂੰ ਲਿਜਾਣਾ ਖੇਚਰ, ਤੇ ਪੂਚਰ ਜਿਹੜਾ ਹੈ ਬਾਹਰ ਨੂੰ ਕੱਢਣਾ। ਭਾਵ ਕਿ ਸਾਹ ਨੂੰ ਰੋਕ ਕੇ ਆਪਣੇ ਉੱਪਰ ਦਸਮ ਦੁਆਰ ਵਿੱਚ ਲੈ ਜਾਣਾ, ਇਹ ਹੈ ਖੇਚਰ। ਖੇ ਦਾ ਅਖਰੀ ਅਰਥ ਹੈ ਆਕਾਸ਼। ਖੇਚਰ ਸ਼ਬਦ ਬਣਿਆ ਹੈ ਸਵਾਸ ਨੂੰ ਪ੍ਰਾਣਾਯਾਮ ਕਰਦਿਆਂ ਆਪਣੇ ਦਸਮ ਦੇ ਵਿੱਚ ਲੈ ਜਾਣਾ। ਤੇ ਭੂ ਦਾ ਅਖਰੀ ਅਰਥ ਹੈ ਭੂ, ਧਰਤੀ, ਜ਼ਮੀਨ, ਭੂਮੀ। ਪੂਚਰ ਦਾ ਭਾਵ ਆਪਣੇ ਸਾਹ ਨੂੰ ਥੱਲੇ ਲੈ ਜਾਣਾ। ਪ੍ਰਾਣਾਯਾਮ ਕਰਨ ਵਾਲੇ ਜਿਹੜੇ ਜੋਗੀ ਹਨ ਉਹ ਆਪਣੇ ਪ੍ਰਾਣ ਚੜਾ ਲੈਂਦੇ ਹਨ, ਉੱਪਰ ਚੜਾ ਲੈਂਦੇ ਹਨ, ਪ੍ਰਾਣਾਂ ਨੂੰ ਥੱਲੇ ਲੈ ਜਾਂਦੇ ਹਨ। ਮਹਾਰਾਜ ਕਹਿੰਦੇ ਹਨ ਪਰਮਾਤਮਾ ਨੂੰ ਮਿਲਣ ਦੇ ਲਈ ਇਹ ਸਾਧਨ ਕਾਮਯਾਬ ਨਹੀਂ। ਇਸ ਤਰੀਕੇ ਨਾਲ ਨਹੀਂ, ਖੇਚਰ ਪੂਚਰ ਨਾਲ ਨਹੀਂ। ਕੋਈ ਜੀਵ ਕਹੇ ਕਿ ਮੈਂ ਹੱਥ ਦੇ ਵਿੱਚ ਤੁਲਸੀ ਦੀ ਮਾਲਾ ਪਕੜ ਲਵਾਂ, ਤੁਲਸੀ ਦੀ ਮਾਲਾ ਫੜ ਕੇ ਵੀ ਪਰਮਾਤਮਾ ਨਹੀਂ ਜੇ ਮਿਲਦਾ। ਜਿੰਨਾ ਚਿਰ ਕੋਈ ਪ੍ਰਾਣੀ ਪੂਰੇ ਸਤਿਗੁਰੂ ਦੀ ਬਖਸ਼ਿਸ਼ ਨਹੀਂ ਪ੍ਰਾਪਤ ਕਰਦਾ। ਇੱਥੇ ਤਾਂ ਮਹਾਰਾਜ ਜੀ ਕਹਿੰਦੇ ਹਨ ਖੇਚਰ ਪੂਚਰ ਤੁਲਸੀ ਮਾਲਾ, ਇਹ ਚੀਜ਼ਾਂ ਜਿਹੜੀਆਂ ਹਨ ਕੰਮ ਨਹੀਂ ਆਉਂਦੀਆਂ। ਕੰਮ ਕੀ ਆਉਂਦਾ ਹੈ? ਪਰਮਾਤਮਾ ਦੀ ਪ੍ਰਾਪਤੀ ਕਿਵੇਂ ਹੁੰਦੀ ਹੈ? ਗੁਰ ਪ੍ਰਸਾਦੀ ਪਾਇਆ। ਮਹਾਰਾਜ ਕਹਿੰਦੇ ਹਨ ਮੈਂ ਵੀ ਪਰਮਾਤਮਾ ਨੂੰ ਪਾਇਆ ਹੈ, ਖੇਚਰ ਪੂਚਰ ਦੁਆਰਾ ਨਹੀਂ, ਤੁਲਸੀ ਮਾਲਾ ਫੜ ਕੇ ਨਹੀਂ, ਮੈਂ ਆਪਣੇ ਗੁਰੂ ਦੀ ਕਿਰਪਾ ਨਾਲ ਪ੍ਰਾਪਤ ਕੀਤਾ। ਗੁਰੂ ਪ੍ਰਸਾਦ ਤੋਂ ਬਿਨਾਂ, ਗੁਰੂ ਮਹਾਰਾਜ ਜੀ ਦੀ ਮਿਹਰ ਤੋਂ ਬਿਨਾਂ ਕੋਈ ਪ੍ਰਮਾਤਮਾ ਦੀ ਪ੍ਰਾਪਤੀ ਨਹੀਂ ਕਰ ਸਕਦਾ। ਨਾਮਾ ਪ੍ਰਣਵੈ ਪਰਮ ਤਤ ਹੈ, ਸਤਿਗੁਰ ਹੋਏ ਲਖਾਇਆ। ਇਹ ਸਾਰੀ ਜਿਹੜੀ ਸੋਝੀ ਦਿੱਤੀ, ਸਾਰਾ ਗਿਆਨ ਸਤਿਗੁਰ ਹੋਏ ਲਖਾਇਆ ਦਾ ਭਾਵ ਇਹ ਸਾਰਾ ਗਿਆਨ ਮੈਨੂੰ ਮੇਰੇ ਸਤਿਗੁਰੂ ਪਾਸੋਂ ਪ੍ਰਾਪਤ ਹੋਇਆ, ਮੇਰੇ ਗੁਰੂ ਨੇ ਬਖਸ਼ਿਆ। ਗੁਰੂ ਮਹਾਰਾਜ ਜੀ ਨੇ ਇਹ ਸੋਝੀ ਬਖਸ਼ੀ। ਉਹ ਪਰਮ ਤਤ ਪਰਮਾਤਮਾ ਹੈ। ਪਰਮ ਤਤ ਦੁਨੀਆ ਦਾ ਸਭ ਤੋਂ ਅਸਲੀਅਤ ਵਾਲੀ ਗੱਲ, ਤੇ ਬਾਕੀ ਦੁਨੀਆ ਦੇ ਜਿਹੜੇ ਕਰਮ ਹਨ ਉਹ ਸਾਰੇ ਥੱਲੇ ਹਨ, ਤਤ ਤੋਂ ਸਖਣੇ। ਜੀਵ ਅਨੇਕਾਂ ਕਰਮ ਕਰਦਾ ਹੈ। ਭਗਤ ਬੇਣੀ ਜੀ ਨੇ ਬੜੇ ਪਿਆਰੇ ਬਚਨ ਕਹੇ ਆਪਣੀ ਬਾਣੀ ਵਿੱਚ। ਕਹਿੰਦੇ ਹਨ ਕੋਈ ਪ੍ਰਾਣੀ ਪਰਮਾਤਮਾ ਦੇ ਨਾਮ ਨਾਲ ਜੁੜਦਾ ਹੀ ਨਹੀਂ, ਹੋਰ ਹੋਰ ਕਰਮ ਕਰੀ ਜਾ ਰਿਹਾ ਹੈ, ਤੇ ਹੋਰ ਹੋਰ ਕਰਮ ਕਰਕੇ ਇਹ ਸਮਝਦਾ ਹੈ ਕਿ ਮੈਨੂੰ ਪਰਮਾਤਮਾ ਮਿਲ ਪਵੇ। ਭਗਤ ਜੀ ਨੇ ਮੋਹਰ ਲਾ ਦਿੱਤੀ, ਕਹਿਣ ਲੱਗੇ ਜਿਨ ਆਤਮ ਤਤ ਨਾ ਚੀਨਿਆ, ਸਭ ਫੋਕਟ ਧਰਮ ਅਬੀਨਿਆ। ਕਹੋ ਬੇਣੀ ਗੁਰਮੁਖ ਧਿਆਵੈ, ਬਿਨ ਸਤਿਗੁਰ ਬਾਟ ਨਾ ਪਾਵੈ। ਬਾਟ ਨਾ ਪਾਵੈ ਦਾ ਭਾਵ ਪਰਮਾਤਮਾ ਦੇ ਰਸਤੇ ਨੂੰ ਪ੍ਰਾਪਤ ਨਹੀਂ ਕਰ ਸਕਦਾ। ਉਹ ਪ੍ਰਾਣੀ ਕਦੀ ਪਰਮਾਤਮਾ ਦੇ ਰਾਹ ਤੇ ਚੱਲ ਹੀ ਨਹੀਂ ਸਕਦਾ ਜਿਹੜਾ ਸਤਿਗੁਰੂ ਮਹਾਰਾਜ ਜੀ ਦੀ ਸਿੱਖੀ ਧਾਰਨ ਨਾ ਕਰੇ। ਜਿਸ ਪ੍ਰਾਣੀ ਨੂੰ ਪੂਰਾ ਗੁਰੂ ਮਿਲ ਪੈਂਦਾ ਹੈ, ਤੇ ਗੁਰੂ ਹੀ ਅਸਲ ਵਿੱਚ ਸੱਚ ਦੇ ਮਾਰਗ ਤੇ ਪਰਮਾਤਮਾ ਦੇ ਰਸਤੇ ਤੇ ਜੀਵ ਨੂੰ ਤੋੜ ਸਕਦਾ ਹੈ। ਕੋਈ ਜੀਵ ਵੀ ਆਪਣੇ ਕਰਮਾਂ ਕਰਕੇ ਪਰਮਾਤਮਾ ਨੂੰ ਨਹੀਂ ਮਿਲ ਸਕਦਾ। ਗੁਰੂ ਮਹਾਰਾਜ ਜੀ ਦੀ ਬਖਸ਼ਿਸ਼ ਸਦਕਾ। ਕਰਮ ਸ਼ਬਦ ਦੇ ਜਦੋਂ ਅਸੀਂ ਪੜ੍ਹਦੇ ਹਾਂ ਨਾ ਬਾਣੀ ਦੇ ਵਿੱਚ, ਇਹ ਠੀਕ ਹੈ ਸਾਡੇ ਜ਼ਿੰਦਗੀ ਦੇ ਕਰਮ ਚੰਗੇ ਮਾੜੇ ਹੋ ਸਕਦੇ ਹਨ। ਮਹਾਰਾਜ ਜੀ ਨੇ ਇਹੀ ਬਚਨ ਕਿਹਾ ਹੈ, ਪੂਰਬ ਕਰਮ ਅੰਕੁਰ ਜਬ ਪ੍ਰਗਟੇ, ਭੇਟਿਓ ਪੁਰਖ ਰਸਿਕ ਬੈਰਾਗੀ। ਮਿਟਿਓ ਅੰਧੇਰ ਮਿਲਤ ਹਰ ਨਾਨਕ, ਜਨਮ ਜਨਮ ਕੀ ਸੋਈ ਜਾਗੀ। ਪੂਰਬਲੇ ਕਰਮ ਸਾਡੇ ਸਾਰਿਆਂ ਦੇ ਬਣ ਗਏ, ਕਿਉਂਕਿ ਅਸੀਂ ਅਨੇਕਾਂ ਵਾਰ ਜਗਤ ਵਿੱਚ, ਅਨੇਕਾਂ ਜੁਨੀਆਂ ਵਿੱਚ ਭਟਕ ਚੁੱਕੇ ਹਾਂ। ਸਤਿਗੁਰੂ ਮਹਾਰਾਜ ਜੀ ਇਹ ਅੱਜ ਸਾਨੂੰ ਸਮਝਾ ਰਹੇ ਹਨ
ਕਿ ਜਦੋਂ ਪਹਿਲੀ ਵਾਰੀ ਜੀਵ ਨੂੰ ਪਰਮਾਤਮਾ ਨੇ ਪੈਦਾ ਕੀਤਾ ਸੀ, ਪਹਿਲਾਂ ਸਭ ਤੋਂ ਉਹਦਾ ਕੋਈ ਕਰਮ ਨਹੀਂ ਸੀ। ਨਾਲ ਮਾਇਆ ਪੈਦਾ ਕੀਤੀ, ਇਸ ਲਈ ਜੀਵ ਦੇ ਕਰਮ ਬਣਨੇ ਆਰੰਭ ਹੋ ਗਏ। ਤੇ ਫਿਰ ਜਿਵੇਂ ਜਿਵੇਂ ਜਨਮ ਲੈਂਦਾ ਗਿਆ, ਬਾਰ-ਬਾਰ ਜੰਮਦਾ ਰਿਹਾ, ਮਰਦਾ ਰਿਹਾ, ਜੀਵ ਦੇ ਕਰਮ ਬਣਦੇ ਰਹੇ। ਤੇ ਜੇ ਪੂਰਬਲੇ ਕਰਮ ਚੰਗੇ ਕੀਤੇ ਹਨ ਤਾਂ ਹੀ ਗੁਰੂ ਨਾਲ ਮਿਲਾਪ ਹੁੰਦਾ ਹੈ। ਜੇ ਅੱਜ ਕੋਈ ਕਿਸੇ ਨੂੰ ਪੂਰਾ ਸਤਿਗੁਰੂ ਮਿਲਿਆ ਹੈ ਤੇ ਬਿਨਾਂ ਚੰਗੇ ਕਰਮਾਂ ਤੋਂ ਨਹੀਂ, ਚੰਗੇ ਕਰਮਾਂ ਨਾਲ, ਪੂਰਬਲੇ ਚੰਗੇ ਕਰਮਾਂ ਨਾਲ ਕੋਈ ਪਰਮਾਤਮਾ ਦਾ ਪਿਆਰਾ ਰਸਿਕ ਬੈਰਾਗੀ ਪੁਰਖ ਗੁਰੂ ਵਰਗਾ ਮਿਲਦਾ ਹੈ। ਤੇ ਜਦੋਂ ਸਤਿਗੁਰੂ ਨਾਲ ਮਿਲਾਪ ਹੋ ਜਾਂਦਾ ਹੈ ਚੰਗੇ ਕਰਮਾਂ ਕਰਕੇ, ਫਿਰ ਜੀਵ ਗੁਰੂ ਮਹਾਰਾਜ ਜੀ ਦੇ ਚਰਨਾਂ ਵਿੱਚ ਆਪਣਾ ਆਪਾ ਭੇਟ ਕਰੇ, ਕਿਉਂਕਿ ਗੁਰਪ੍ਰਸਾਦ ਤੋਂ ਬਿਨਾਂ ਨਹੀਂ। ਗੁਰੂ ਮਹਾਰਾਜ ਜੀ ਨੇ ਗੌੜੀ ਰਾਗ ਵਿੱਚ ਬਚਨ ਕਹੇ, ਕਹਿਣ ਲੱਗੇ, ਅਕਾਲ ਪੁਰਖ ਪਰਮਾਤਮਾ ਨੇ ਦਵਾਈ ਸਾਰਿਆਂ ਦੇ ਅੰਦਰ ਰੱਖੀ ਹੈ, ਰੋਗ ਵੀ ਲਾਏ ਹਨ ਤੇ ਦਵਾਈ ਵੀ ਰੱਖੀ ਹੈ। ਜੇ ਔਗਣ ਹਨ, ਵਿਕਾਰ ਹਨ ਜਗਤ ਦੇ ਵਿੱਚ, ਬੁਰੇ ਕਰਮ ਜੀਵ ਕਰਦਾ ਹੈ ਤੇ ਉਹਨਾਂ ਕਰਮਾਂ ਦਾ ਇਲਾਜ ਜਿਹੜਾ ਹੈ ਨਾ, ਪਰਮਾਤਮਾ ਦੇ ਨਾਮ ਦਾ ਅੰਮ੍ਰਿਤ ਵੀ ਸਾਡੇ ਸਾਰਿਆਂ ਦੇ ਅੰਦਰ ਹੀ ਟਿਕਾਇਆ ਹੈ। ਸਤਿਗੁਰੂ ਮਹਾਰਾਜ ਜੀ ਨੇ ਇਹ ਬਚਨ ਕਹੇ ਹਨ। ਇਸ ਦੇਹੀ ਦੇ ਅੰਦਰ ਹੀ ਮਹਾਰਾਜ ਕਹਿੰਦੇ ਹਨ ਪੰਜ ਚੋਰ ਵਸਦੇ ਹਨ। ਕਿਹਾ ਹੈ ਨਾ ਮਹਾਰਾਜ ਜੀ ਨੇ, ਇਸ ਸਰੀਰ ਦੇ ਅੰਦਰ ਪੰਜ ਚੋਰ ਵੀ ਇੱਥੇ ਹੀ ਵਸਦੇ ਹਨ ਤੇ ਨੌਨਿਧ ਅੰਮ੍ਰਿਤ ਪ੍ਰਭ ਕਾ ਨਾਮ ਵੀ ਇਸ ਦੇਹੀ ਦੇ ਅੰਦਰ ਹੈ। ਦੋਨੋਂ ਹੀ ਚੀਜ਼ਾਂ ਪ੍ਰਮਾਤਮਾ ਨੇ ਸਾਡੇ ਅੰਦਰ ਟਿਕਾ ਦਿੱਤੀਆਂ ਹਨ। ਤੇ ਸਤਿਗੁਰੂ ਮਹਾਰਾਜ ਬਖਸ਼ਿਸ਼ ਕਰਦਿਆਂ ਇਹ ਬਚਨ ਕਹਿੰਦੇ ਹਨ, ਇਸ ਦੇਹੀ ਦੇ ਵਿੱਚ ਪੰਜ ਚੋਰ ਹਨ, ਇਸ ਦੇਹੀ ਵਿੱਚ ਅੰਮ੍ਰਿਤ ਵੀ ਪ੍ਰਮਾਤਮਾ ਨੇ ਟਿਕਾਇਆ ਹੈ। ਮਹਾਰਾਜ ਕਹਿੰਦੇ ਹਨ, ਹਰ ਔਖਦ ਸਭ ਘਟ ਹੈ ਭਾਈ, ਗੁਰ ਪੂਰੇ ਬਿਨ ਬਿਦ ਨਾ ਬਣਾਈ। ਹਰੀ ਨਾਮ ਰੂਪੀ ਦਵਾਈ ਜਿਹੜੀ ਹੈ ਸਾਰੇ ਸਰੀਰਾਂ ਦੇ ਵਿੱਚ ਮੌਜੂਦ ਹੈ। ਕੋਈ ਸਰੀਰ ਐਸਾ ਨਹੀਂ ਜਿਹਦੇ ਅੰਦਰ ਹਰ ਔਖਦ ਨਾ ਹੋਵੇ। ਨਾਮ ਦਾ ਚਸ਼ਮਾ ਸਾਰਿਆਂ ਦੇ ਅੰਦਰ ਹੈ, ਪਰ ਪ੍ਰਗਟ ਉਹਨਾਂ ਦੇ ਹੁੰਦਾ ਹੈ ਜਿਹੜੇ ਗੁਰੂ ਮਹਾਰਾਜ ਜੀ ਦੀ ਮਿਹਰ ਪ੍ਰਾਪਤ ਕਰਦੇ ਹਨ। ਸਤਿਗੁਰੂ ਮਹਾਰਾਜ ਜੀ ਦੀ ਕਿਰਪਾ ਜਿਹੜੀ ਹੈ ਨਾ, ਅਸਲ ਵਿੱਚ ਇਹ ਜ਼ਿੰਦਗੀ ਦਾ ਮਕਸਦ ਹੋਣਾ ਚਾਹੀਦਾ ਹੈ ਕਿ ਮੈਂ ਐਸੇ ਕਰਮ ਕਰਾਂ, ਗੁਰੂ ਦੀ ਸਿੱਖਿਆ ਅਨੁਸਾਰ ਚੱਲ ਕੇ, ਗੁਰੂ ਦਾ ਹੁਕਮ ਮੰਨ ਕੇ। ਕਿਉਂਕਿ ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਵੀ ਬਾਣੀ ਵਿੱਚ ਇਹ ਬਚਨ ਕਹੇ ਹਨ। ਭਾਈ ਸਾਹਿਬ ਕਹਿੰਦੇ ਹਨ, ਗੁਰਸਿੱਖੀ ਦਾ ਕਰਮ ਇਹ, ਗੁਰ ਫਰਮਾਏ ਗੁਰਸਿੱਖ ਕਰਨਾ। ਹੋਰ ਕੋਈ ਕਰਮ ਨਹੀਂ ਗੁਰਸਿੱਖੀ ਦਾ। ਇੱਕੋ ਹੀ ਵੱਡੀ ਗੱਲ ਕਹਿ ਦਿੱਤੀ ਭਾਈ ਸਾਹਿਬ ਭਾਈ ਗੁਰਦਾਸ ਜੀ ਨੇ, ਕਹਿਣ ਲੱਗੇ, ਮੈਨੂੰ ਤਾਂ ਇਹੀ ਨਜ਼ਰ ਆਉਂਦਾ ਹੈ ਕਿ ਗੁਰੂ ਫਰਮਾਨ ਕਰੇ ਤੇ ਗੁਰਸਿੱਖ ਉਸ ਕਰਮ ਨੂੰ ਕਰ ਦੇਵੇ। ਬਸ ਇਹ ਹੈ ਗੁਰਸਿੱਖੀ। ਗੁਰ ਫਰਮਾਏ ਗੁਰਸਿੱਖ ਕਰਨਾ, ਇਹ ਹੈ ਗੁਰਸਿੱਖੀ ਦਾ ਕਰਮ। ਔਰ ਸਤਿਗੁਰੂ ਮਹਾਰਾਜ ਜੀ ਹੁਕਮ ਕਰਨ ਤੇ ਸਿੱਖ ਉਸ ਹੁਕਮ ਨੂੰ ਸਤ-ਸਤ ਕਰਕੇ ਆਪਣੀ ਜ਼ਿੰਦਗੀ ਵਿੱਚ ਮੰਨ ਲਵੇ। ਭਾਵੇਂ ਕਿ ਮਹਾਰਾਜ ਸਾਨੂੰ ਵਰਜਨ ਕਿ ਨਿੰਦਾ ਨਹੀਂ ਕਰਨੀ, ਈਰਖਾ ਨਹੀਂ ਕਰਨੀ, ਦਸਵੰਧ ਕੱਢਣਾ ਹੈ, ਨਿਤਨੇਮ ਕਰਨਾ ਹੈ, ਸਿਮਰਨ ਕਰਨਾ, ਹਰ ਵੇਲੇ ਪਰਮਾਤਮਾ ਨੂੰ ਯਾਦ ਕਰਨਾ। ਜਿਹੜੇ ਜਿਹੜੇ ਵੀ ਕਰਮ ਸਤਿਗੁਰੂ ਮਹਾਰਾਜ ਸਾਨੂੰ ਕਹਿੰਦੇ ਹਨ, ਜੇ ਅਸੀਂ ਕੰਮ ਸੁਣ ਕੇ ਆਪਣੇ ਘਰ ਜਾ ਕੇ ਰਸਤੇ ਵਿੱਚ ਹੀ ਭੁੱਲ ਗਏ ਕਿ ਗੁਰੂ ਮਹਾਰਾਜ ਜੀ ਨੇ ਕੀ ਕਿਹਾ ਸੀ, ਜੇ ਆਪਣੀ ਜ਼ਿੰਦਗੀ ਦੇ ਕਰਦੇ ਹੋਏ ਕਰਮਾਂ ਦੇ ਵਿੱਚ ਇਹ ਚੇਤਾ ਹੀ ਭੁੱਲ ਗਏ ਕਿ ਸਾਡੇ ਸਤਿਗੁਰੂ ਮਹਾਰਾਜ ਜੀ ਨੇ ਸਾਨੂੰ ਹੁਕਮ ਕੀ ਕੀਤਾ ਹੈ, ਫਿਰ ਨਹੀਂ ਗੁਰੂ ਦੀ ਖੁਸ਼ੀ ਮਿਲਦੀ। ਜੇ ਕਿਸੇ ਨੇ ਗੁਰਪ੍ਰਸਾਦ ਪ੍ਰਾਪਤ ਕਰਨਾ ਹੈ ਨਾ, ਪੂਰੇ ਸਤਿਗੁਰੂ ਪਾਸੋਂ ਮਿਹਰ ਲੈਣੀ ਹੈ, ਕਿਰਪਾ ਲੈਣੀ ਹੈ, ਫਿਰ ਗੁਰੂ ਮਹਾਰਾਜ ਜੀ ਦਾ ਹੁਕਮ ਜਿੱਥੇ ਵੀ ਚਲੇ ਜਾਈਏ ਹਰ ਥਾਂ ਤੇ ਮੰਨਣਾ ਹੈ। ਔਰ ਸਤਿਗੁਰੂ ਮਹਾਰਾਜ ਹਰ ਥਾਂ ਤੇ ਸਾਨੂੰ ਦੇਖ ਰਹੇ ਹਨ, ਉਹ ਸਾਡੇ ਤੋਂ ਦੂਰ ਨਹੀਂ। ਅਸੀਂ ਸਮਝਦੇ ਹਾਂ, ਸਾਡਾ ਭੁਲੇਖਾ ਹੈ ਕਿ ਗੁਰੂ ਪਰਮਾਤਮਾ ਤਾਂ ਆਪਣੇ ਘਰ ਰਹਿ ਗਏ, ਪਰ ਨਹੀਂ, ਸਤਿਗੁਰੂ ਮਹਾਰਾਜ ਸਾਨੂੰ ਹਰ ਕਰਮ ਕਰਦਿਆਂ ਦੇਖਦੇ ਹਨ। ਗੁਰੂ ਮਹਾਰਾਜ ਜੀ ਦੀ ਖੁਸ਼ੀ ਤਾਂ ਮਿਲਦੀ ਹੈ ਜੇ ਜ਼ਿੰਦਗੀ ਦੇ ਵਿੱਚ ਜਿੱਥੇ ਵੀ ਚਲੇ ਜਾਈਏ ਗੁਰੂ ਮਹਾਰਾਜ ਜੀ ਦੇ ਹੁਕਮ ਨੂੰ ਸਤ-ਸਤ ਕਰਕੇ ਮੰਨੀਏ। ਇਸ ਤਾਂ ਸਤਿਗੁਰੂ ਮਹਾਰਾਜ ਜੀ ਦੀ
ਖੁਸ਼ੀ ਪ੍ਰਾਪਤ ਹੁੰਦੀ ਹੈ। ਫਿਰ ਮਿਲਦਾ ਹੈ ਗੁਰਪ੍ਰਸਾਦ, ਤੇ ਗੁਰਪ੍ਰਸਾਦ ਤੋਂ ਬਿਨਾ, ਕਿਉਂਕਿ ਵਿਛੜਨ ਦੇ ਲਈ ਕਿਰਤ ਕਰਮ ਕੇ ਵਿਛੜੇ ਦੀ ਗੱਲ, ਤੇ ਮਿਲਣ ਦੇ ਲਈ ਵੀ ਇੱਕ ਕਰਮ ਹੈ। ਉਹ ਕਰਮ ਜਿਸ ਨੂੰ ਅਸੀਂ ਬਾਣੀ ਵਿੱਚ ਆਖਦੇ ਹਾਂ ਧੁਰ ਕਰਮ, ਆਸਾ ਦੀ ਵਾਰ ਵਿੱਚ। ਪੌੜੀ ਧੁਰ ਕਰਮ ਜਿਨ੍ਹਾਂ ਕੋ ਤੁਧ ਪਾਇਆ, ਤਾਂ ਤਿੰਨੀ ਖਸਮ ਧਿਆਇਆ। ਇਹਨਾਂ ਜਨਤਾ ਕੈ ਵਸ ਕਿਛ ਨਾਹੀ, ਤੁਧ ਵੇਖੀ ਜਗਤ ਉਪਾਇਆ। ਇਕ ਨਾਨੋ ਤੂੰ ਮੇਲ ਲੈ, ਇਕ ਆਪੋਂ ਤੁਧ ਖੁਆਇਆ। ਗੁਰ ਕਿਰਪਾ ਤੇ ਜਾਣਿਆ, ਜਿੱਥੈ ਤੁਧ ਆਪ ਬੁਝਾਇਆ, ਸਹਿਜੇ ਹੀ ਸੱਚ ਸਮਾਇਆ। ਇਹ ਜਿਹੜਾ ਪੌੜੀ ਦੀ ਆਰੰਭਤਾ ਵਿੱਚ ਲਿਖਿਆ ਹੈ ਸ਼ਬਦ ਧੁਰ ਕਰਮ, ਇਸ ਕਰਮ ਦਾ ਅਰਥ ਉਹ ਨਹੀਂ ਹੈ ਜਿਹੜਾ ਕਿਰਤ ਕਰਮ ਕੇ ਵਿਛੜੇ ਵਿੱਚ ਹੈ। ਧੁਰ ਕਰਮ ਦਾ ਭਾਵ, ਇੱਥੇ ਕਰਮ ਦਾ ਭਾਵ ਹੈ ਬਖਸ਼ਿਸ਼। ਔਰ ਜਪਜੀ ਸਾਹਿਬ ਦੀ ਬਾਣੀ ਵਿੱਚ ਜਿਹੜੇ 5 ਖੰਡਾਂ ਦਾ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਜ਼ਿਕਰ ਕੀਤਾ, ਉਹਦੇ ਵਿੱਚ ਚੌਥਾ ਖੰਡ ਹੈ ਕਰਮ ਖੰਡ। ਔਰ ਕਰਮ ਖੰਡ ਦਾ ਇੱਥੇ ਭਾਵ ਵੀ ਇਹ ਹੈ, ਪਰਮਾਤਮਾ ਦੀ ਬਖਸ਼ਿਸ਼ ਵਾਲਾ, ਗੁਰੂ ਦੀ ਮਿਹਰ ਵਾਲਾ, ਕਿਰਪਾ ਵਾਲਾ ਖੰਡ। ਕਰਮ ਖੰਡ ਕੀ ਬਾਣੀ ਜੋਰ ਤਿੱਥੈ, ਹੋਰ ਨਾ ਕੋਈ ਹੋਰ। ਇਹ ਪਰਮਾਤਮਾ ਦੀ ਬਖਸ਼ਿਸ਼ ਵਾਲਾ ਖੰਡ ਹੈ। ਇੱਕ ਉਹ ਕਰਮ ਹੈ ਜਿਸ ਕਰਮ ਕਰਕੇ ਅਸੀਂ ਪਰਮਾਤਮਾ ਤੋਂ ਵਿਛੜਦੇ ਕਿਤੇ ਦੂਰ ਚਲੇ ਗਏ, ਜੂਨੀਆਂ ਦੇ ਵਿੱਚ ਭਟਕਦੇ ਰਹੇ। ਤੇ ਇੱਕ ਉਹ ਕਰਮ ਹੈ ਜਿਹੜਾ ਹੈ ਬਖਸ਼ਿਸ਼ ਵਾਲਾ ਕਰਮ, ਗੁਰੂ ਮਹਾਰਾਜ ਜੀ ਦੀ ਰਹਿਮਤ, ਪਰਮਾਤਮਾ ਦੀ ਮਿਹਰ। ਕਹਿੰਦੇ ਹਨ ਜਿਨੇ ਜਿਨੇ ਵੀ ਧੁਰ ਦਰਗਾਹ ਤੋਂ ਬਖਸ਼ਿਸ਼ ਪ੍ਰਾਪਤ ਕੀਤੀ, ਫਿਰ ਉਹਦਾ ਮਿਲਾਪ ਹੁੰਦਾ ਹੈ ਪਰਮਾਤਮਾ ਦੇ ਚਰਨਾਂ ਨਾਲ। ਧੁਰ ਕਰਮ ਦੀ ਗੱਲ ਮਹਾਰਾਜ ਜੀ ਨੇ ਕੀਤੀ, ਔਰ ਗੁਰੂ ਮਹਾਰਾਜ ਜੀ ਦਾ ਕਰਮ ਇਸ ਜੀਵਨ ਵਿੱਚ ਵੀ ਕੋਈ ਪ੍ਰਾਪਤ ਕਰ ਸਕਦਾ ਹੈ। ਆਪਾਂ ਪੜ੍ਹਦੇ ਹਾਂ ਨਾ ਮਾਤਾ ਸੁਲੱਖਣੀ ਜੀ ਦਾ ਇਤਿਹਾਸ, ਮੁੱਕਦੀ ਗੱਲ ਇਹੀ ਹੈ ਉਸ ਇਤਿਹਾਸ ਦੇ ਵਿੱਚ। ਸਤਿਗੁਰੂ ਮਹਾਰਾਜ ਜੀ ਦਾ ਕਰਮ ਪ੍ਰਾਪਤ ਕਰਨਾ, ਕਿਉਂਕਿ ਜੇ ਭਾਗਾਂ ਦੇ ਵਿੱਚ ਧੁਰ ਤੋਂ ਨਹੀਂ ਲਿਖਿਆ, ਤੇ ਬਾਬਾ ਬੁੱਢਾ ਜੀ ਵਰਗੇ ਗੁਰਸਿੱਖ ਨੇ ਦੱਸ ਦਿੱਤਾ, ਕਹਿਣ ਲੱਗੇ ਮਾਂ ਜੇ ਪਹਿਲਾਂ ਨਹੀਂ ਲਿਖਿਆ ਤੇਰੇ ਭਾਗਾਂ ਵਿੱਚ, ਗੁਰੂ ਮਹਾਰਾਜ ਜੀ ਨੇ ਇਹ ਕਹਿ ਦਿੱਤਾ ਤੈਨੂੰ, ਤੇ ਜਾ ਗੁਰੂ ਮਹਾਰਾਜ ਜੀ ਕੋਲ ਕਾਗਜ਼ ਤੇ ਕਲਮ ਲੈ ਕੇ ਚਲੀ ਜਾ, ਕਹਿ ਦੇ ਜਾ ਕੇ ਜੇ ਪਹਿਲਾਂ ਨਹੀਂ ਲਿਖਿਆ ਤੇ ਹੁਣ ਲਿਖ ਦਿਓ। ਕਿਉਂਕਿ ਪਰਮਾਤਮਾ ਆਪ ਹੀ ਤਾਂ ਸਤਿਗੁਰੂ ਦੇ ਰੂਪ ਵਿੱਚ ਜਗਤ ਵਿੱਚ ਆਇਆ ਹੈ। ਲਿਖੇ ਲਿਖਣ ਵਾਲਾ, ਕਰਮ ਲਿਖਣ ਵਾਲਾ ਆਪ ਹੀ। ਕਿਉਂਕਿ ਸਤਿਗੁਰੂ ਦੇ ਅੰਦਰ ਕੌਣ ਹੈ ਜੀ? ਸਤਿਗੁਰ ਵਿੱਚ ਆਪ ਰਖਿਓਨ ਕਰ ਪ੍ਰਗਟ ਆਖ ਸੁਣਾਇਆ। ਸਤਿਗੁਰੂ ਮਹਾਰਾਜ ਜੀ ਦੇ ਅੰਦਰ ਉਹ ਪਰਮਾਤਮਾ ਆਪ ਹੀ ਬਿਰਾਜਮਾਨ ਹੈ। ਤੇ ਗੁਰੂ ਮਹਾਰਾਜ ਜੀ ਦੇ ਚਰਨਾਂ ਵਿੱਚ ਆ ਕੇ ਜਦੋਂ ਮੱਥਾ ਟੇਕੀ ਦਾ, ਨਮਸਕਾਰ ਕਰੀ ਦੀ, ਜਾਂ ਜਾਣ ਲੱਗਿਆਂ ਗੁਰੂ ਚਰਨਾਂ ਵਿੱਚ ਬੈਠਿਆਂ ਸਤਿਗੁਰੂ ਦੇ ਚਰਨਾਂ ਵਿੱਚ ਇਹੀ ਅਰਦਾਸ ਕਰਨੀ, ਦਾਤਾ ਸਾਡੇ ਤੇ ਕਰਮ ਕਰ, ਸਾਡੇ ਤੇ ਬਖਸ਼ਿਸ਼ ਕਰ, ਮਿਹਰ ਕਰ। ਕਿਉਂਕਿ ਗੁਰੂ ਮਹਾਰਾਜ ਜੀ ਦੀ ਕਿਰਪਾ ਲੈ ਕੇ ਹੀ ਸਾਡਾ ਪਾਰ ਉਤਾਰਾ ਹੋ ਸਕਦਾ ਹੈ, ਹੋਰ ਕੋਈ ਰਾਹ ਨਹੀਂ। ਆਪਣੇ ਕਰਮਾਂ ਕਰਕੇ ਅਸੀਂ ਪਰਮਾਤਮਾ ਨਾਲ ਨਹੀਂ ਮਿਲ ਸਕਦੇ, ਗੁਰੂ ਦੇ ਕਰਮ ਕਰਕੇ, ਗੁਰੂ ਮਹਾਰਾਜ ਜੀ ਦੀ ਬਖਸ਼ਿਸ਼ ਕਰਕੇ ਅਸੀਂ ਪਰਮਾਤਮਾ ਨੂੰ ਮਿਲ ਸਕਦੇ ਹਾਂ। ਭਗਤ ਨਾਮਦੇਵ ਜੀ ਨੇ ਇਹ ਸਾਨੂੰ ਅੱਜ ਵਿਚਾਰ ਬਖਸ਼ੇ ਹਨ ਕਿ ਗੁਰੂ ਦਾ ਕਰਮ ਪ੍ਰਾਪਤ ਕਰ। ਉਹਨਾਂ ਨੇ ਆਪਣਾ ਦੱਸਿਆ ਹੈ ਕਿ ਗੁਰ ਪ੍ਰਸਾਦੀ ਪਾਇਆ, ਮੈਂ ਗੁਰੂ ਮਹਾਰਾਜ ਜੀ ਦੀ ਕਿਰਪਾ ਦੁਆਰਾ ਪਰਮਾਤਮਾ ਦੀ ਪ੍ਰਾਪਤੀ ਕੀਤੀ, ਤੇ ਸਾਨੂੰ ਇੱਕ ਰਾਹ ਦੱਸਿਆ ਹੈ ਕਿ ਸਿੱਖਾ, ਜੇ ਤੂੰ ਪਰਮਾਤਮਾ ਦੀ ਪ੍ਰਾਪਤੀ ਕਰਨੀ ਚਾਹੁੰਦਾ ਹੈ ਤੇ ਫਿਰ ਗੁਰੂ ਮਹਾਰਾਜ ਜੀ ਦੀ ਮਿਹਰ, ਸਤਿਗੁਰੂ ਮਹਾਰਾਜ ਜੀ ਦੀ ਬਖਸ਼ਿਸ਼ ਪ੍ਰਾਪਤ ਕਰ। ਗੁਰਪ੍ਰਸਾਦ ਜਿਹੜਾ ਹੈ, ਪਰਮਾਤਮਾ ਦੀ ਵਿਚਾਰ ਜਦੋਂ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਕੀਤੀ ਹੈ, ਇੱਕ ਓੰਕਾਰ ਤੋਂ ਆਰੰਭ ਕਰਕੇ ਸਹਿ ਭੰਗ ਤੱਕ ਨਿਰੰਕਾਰ ਪ੍ਰਭੂ ਦੇ ਹੀ ਸਾਰੇ ਗੁਣ ਦੱਸੇ ਹਨ ਕਿ ਉਹਦਾ ਨਾਮ ਸੱਚਾ ਹੈ, ਸਦਾ ਕਾਇਮ ਰਹਿਣ ਵਾਲਾ ਹੈ, ਉਹ ਨਿਰਭਉ ਹੈ, ਉਹ ਨਿਰਵੈਰ ਹੈ, ਉਹਦੀ ਹਸਤੀ ਕਾਲ ਤੋਂ ਰਹਿਤ ਹੈ, ਉਹ ਜੂਨਾਂ ਵਿੱਚ ਨਹੀਂ ਆਉਂਦਾ, ਉਹ ਆਪਣੇ ਆਪ ਤੋਂ ਪ੍ਰਕਾਸ਼ਮਾਨ ਹੈ, ਉਹਨੂੰ ਪ੍ਰਕਾਸ਼ ਦੇਣ ਵਾਲਾ ਕੋਈ ਹੋਰ ਨਹੀਂ। ਪਰ ਸਵਾਲ ਤੇ ਇਹ ਹੈ, ਐਸਾ ਪਰਮਾਤਮਾ ਜਿਹਦੀ ਤੁਸੀਂ
ਵਿਚਾਰ ਦੇ ਰਹੇ ਹੋ ਉਹਨੂੰ ਪ੍ਰਾਪਤ ਕਿਵੇਂ ਕੀਤਾ ਜਾਵੇ। ਤੇ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਇਸੇ ਲਈ ਇਹ ਸ਼ਬਦ ਲਾਇਆ, ਗੁਰਪ੍ਰਸਾਦ। ਜੇ ਕੋਈ ਐਸੇ ਪ੍ਰਮਾਤਮਾ ਨੂੰ ਮਿਲਣਾ ਚਾਹੁੰਦਾ ਹੈ, ਫਿਰ ਗੁਰਪ੍ਰਸਾਦ ਦੁਆਰਾ, ਗੁਰੂ ਮਹਾਰਾਜ ਜੀ ਦੀ ਮਿਹਰ ਤੋਂ ਬਿਨਾਂ ਕੋਈ ਉਹਨੂੰ ਮਿਲ ਨਹੀਂ ਸਕਦਾ। ਅਸਲ ਵਿੱਚ ਇਹ ਰਾਹ ਸਤਿਗੁਰੂ ਮਹਾਰਾਜ ਜੀ ਨੇ ਸਾਨੂੰ ਦੱਸਿਆ ਕਿ ਗੁਰੂ ਮਹਾਰਾਜ ਜੀ ਦੀ ਕਿਰਪਾ ਨਾਲ ਮਿਲ ਸਕਦਾ ਹੈ। ਐ ਸਿੱਖਾ, ਤੂੰ ਉਹ ਕਰਮ ਆਪਣੀ ਜ਼ਿੰਦਗੀ ਵਿੱਚ ਕਰ ਜਿਹਦੇ ਨਾਲ ਤੈਨੂੰ ਗੁਰਪ੍ਰਸਾਦ ਮਿਲੇ, ਗੁਰੂ ਮਹਾਰਾਜ ਜੀ ਦੀ ਖੁਸ਼ੀ ਮਿਲੇ, ਗੁਰੂ ਸਾਹਿਬ ਜੀ ਦੀ ਪ੍ਰਸੰਨਤਾ ਮਿਲਦੀ ਹੈ ਉਸ ਪ੍ਰਾਣੀ ਨੂੰ ਜਿਹੜਾ ਗੁਰੂ ਮਹਾਰਾਜ ਜੀ ਦੇ ਦੱਸੇ ਰਾਹ ਤੇ ਚੱਲਦਾ ਹੈ। ਸਤਿਗੁਰੂ ਮਹਾਰਾਜ ਜੀ ਦੇ ਦੱਸੇ ਢੰਗ ਨਾਲ, ਦੱਸੇ ਹੋਏ ਤਰੀਕੇ ਦੇ ਨਾਲ, ਦੱਸੀ ਹੋਈ ਜੁਗਤੀ ਦੇ ਨਾਲ ਜਿਹੜਾ ਵੀ ਸਿੱਖ ਸੇਵਾ ਭਗਤੀ ਕਰਦਾ ਹੈ, ਉਸ ਪ੍ਰਾਣੀ ਨੂੰ ਗੁਰੂ ਮਹਾਰਾਜ ਜੀ ਦੀ ਕਿਰਪਾ ਮਿਲਦੀ ਹੈ। ਤੇ ਗੁਰੂ ਕਿਰਪਾ ਤੇ ਪਰਮਾਤਮਾ, ਗੁਰੂ ਮਹਾਰਾਜ ਜੀ ਦੀ ਬਖਸ਼ਿਸ਼ ਨਾਲ ਹੀ ਪਰਮਾਤਮਾ ਦੇ ਚਰਨਾਂ ਵਿੱਚ ਲੀਨ ਹੋ ਸਕਦਾ ਹੈ, ਇਕਮਿਕ ਹੋ ਸਕਦਾ ਹੈ। ਵਿਚਾਰਾਂ ਕਰਦਿਆਂ ਪਾਸੋਂ ਹੋਈਆਂ ਭੁੱਲਾਂ ਗਲਤੀਆਂ ਦੀ ਖਿਮਾ ਬਖਸ਼ਿਸ਼ ਕਰਿਓ, ਕਿਉਂਕਿ ਸਤਿਗੁਰੂ ਮਹਾਰਾਜ ਜੀ ਦੀ ਬਾਣੀ ਅਗਾਧ ਬੋਧ ਹੈ। ਪੂਰਨ ਤੌਰ ਤੇ ਕੋਈ ਦਾਅਵਾ ਨਹੀਂ ਕਰ ਸਕਦਾ ਕਿ ਮੈਂ ਜੋ ਵਿਚਾਰ ਦਿੱਤੇ ਹਨ ਉਹ ਠੀਕ ਹਨ। ਠੀਕ ਜਾਂ ਗਲਤ ਇਹ ਸਤਿਗੁਰੂ ਮਹਾਰਾਜ ਆਪ ਹੀ ਜਾਣਦੇ ਹਨ। ਗੁਰਦੇਵ ਪਿਤਾ ਜੀ ਜਿੰਨੀ ਰਹਿਮਤ ਕਰਦੇ ਹਨ, ਜਿੰਨੀ ਕੁ ਤੁੱਛ ਜੀ ਬੁੱਧੀ ਬਖਸ਼ਦੇ ਹਨ, ਉਨੇ ਕੁ ਵਿਚਾਰ ਆਪ ਜੀ ਨਾਲ ਸਾਂਝੇ ਕੀਤੇ ਹਨ। ਵਿਚਾਰਾਂ ਕਰਦਿਆਂ ਫਿਰ ਇੱਕ ਵਾਰ ਭੁੱਲਾਂ ਦੀ ਖਿਮਾ ਦਾ ਜਾਚਕ ਹਾਂ। ਕਰੋ ਕਿਰਪਾ, ਅਸੀਸਾਂ ਬਖਸ਼ੋ, ਫਤਿਹ ਪ੍ਰਵਾਨ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮ ਕਲੀ ਮਹੱਲਾ ਤੀਜਾ। ਆਨੰਦ ਏਕੋ